सत श्री अकाल, ਤੁਹਾਡਾ ਇੱਕ ਵਾਰੀ ਫੇਰ ਸਵਾਗਤ ਜੀ ਹੈਲਥ ਸ਼ੋਅ ਦੇ ਵਿੱਚ। ਤੁਸੀਂ ਪਿੱਛੇ ਦੇ ਅਖਬਾਰਾਂ ਦੇ ਵਿੱਚ ਬਹੁਤ ਸਾਰਾ ਪੜ੍ਹਿਆ ਹੋਏਗਾ, ਇੱਕ ਬੜੀ ਹੀ ਖਤਰਨਾਕ ਬਿਮਾਰੀ ਜਿਹੜੀ ਕਿ ਬੜੇ ਸਾਰੇ ਪੇਸ਼ੈਂਟ ਸਾਨੂੰ ਅੱਜ ਕੱਲ੍ਹ ਰਿਪੋਰਟ ਕਰ ਰਹੇ ਆ, ਉਹ ਹੈ ਸਵਾਈਨ ਫਲੂ। ਜੇ ਇਹਨੂੰ ਤੁਸੀਂ ਸਹੀ ਟਾਈਮ ਦੇ ਉੱਤੇ ਇਹਨੂੰ ਟਰੀਟ ਨਾ ਕੀਤਾ ਜਾਏ ਤੇ ਇਹਦੇ ਨਾਲ ਪੇਸ਼ੈਂਟ ਦੀ ਮੌਤ ਵੀ ਹੋ ਸਕਦੀ ਹੈ। ਸਵਾਈਨ ਫਲੂ ਬਾਰੇ ਲੋਕਾਂ ਦੇ ਮਨ 'ਚ ਬੜੇ ਸਾਰੇ ਸਵਾਲ ਸੀਗੇ, ਸੋ ਅਸੀਂ ਸੋਚਿਆ ਕਿ ਕਿਉਂ ਨਾ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਵਾਈਨ ਫਲੂ ਹੀ ਡਿਸਕਸ ਕੀਤਾ ਜਾਏ। ਉਹਨੂੰ ਡਿਸਕਸ ਕਰਨ ਦੇ ਲਈ ਅਸੀਂ ਸ਼ਹਿਰ ਦੇ ਬੜੇ ਹੀ ਨੋਨ ਪਲਮਨੋਲੋਜਿਸਟ ਡਾਕਟਰ ਰਮਿੰਦਰ ਕੌਰ ਨੂੰ ਆਪਣੇ ਸਟੂਡੀਓ 'ਚ ਬੁਲਾਇਆ। ਡਾਕਟਰ ਰਮਿੰਦਰ ਜੀ, ਤੁਹਾਡਾ ਬੜਾ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ, ਐਂਡ ਥੈਂਕ ਯੂ ਵੈਰੀ ਮਚ ਫॉर ਕਮਿੰਗ। ਤੇ ਤੁਸੀਂ ਦੱਸੋ ਕਿ ਇਹ ਸਵਾਈਨ ਫਲੂ ਇਹ ਚੀਜ਼ ਕੀ ਹੈ, ਕਿੱਥੋਂ ਆਈ ਤੇ ਕਿਸ ਤਰ੍ਹਾਂ ਇਹ ਸਾਡੇ ਇੰਨੇ ਸੁਸਾਇਟੀ ਦੇ ਵਿੱਚ ਇੰਨੀ ਕਾਮਨ ਹੋ ਗਈ ਹੈ? ਇਹ ਇੱਕ ਤਰ੍ਹਾਂ ਦਾ ਇੱਕ ਵਾਇਰਲ ਹੈ ਜਿਹੜਾ H1N1 ਇਸ ਵਾਇਰਸ ਦੀ ਟਾਈਪ ਹੈਗੀ ਹੈ। ਇਹਦੀਆਂ ਮਲਟੀਪਲ ਸਟ੍ਰੇਨਸ ਆਉਂਦੀਆਂ ਨੇ। ਇਹ ਇੱਕ ਫਲੂ ਹੈ ਜਿਹੜਾ ਕਿ ਇੱਕ ਇਨਸਾਨ ਤੋਂ ਦੂਸਰੇ ਤੋਂ ਸਪਰੈਡ ਹੋ ਜਾਂਦਾ ਹੈ, ਔਰ ਇਹ ਇੱਕ ਸਨੀਜ਼ ਕਰਨ ਨਾਲ, ਤੁਸੀਂ ਖਾਂਸੀ ਕਰਨ ਨਾਲ, ਜ਼ੁਕਾਮ ਨਾਲ ਇਹ ਇੱਕ ਦੂਜੇ ਤੋਂ ਸਪਰੈਡ ਹੋ ਜਾਂਦਾ ਹੈ। ਖਾਸ ਤੌਰ ਤੇ ਜਦੋਂ ਆਪਾਂ ਟਰੈਵਲ ਕਰਦੇ ਹਾਂ ਜ਼ਿਆਦਾ ਕਰਾਊਡਡ ਪਲੇਸਿਸ ਤੇ ਇਹਦਾ ਸਪਰੈਡ ਥੋੜਾ ਜ਼ਿਆਦਾ ਵੱਧ ਜਾਂਦਾ ਹੈ। ਤਾਂ ਕੀ ਪ੍ਰੀਕਾਸ਼ਨਸ ਇੱਕ ਆਮ ਆਦਮੀ ਨੂੰ ਲੈਣੀਆਂ ਚਾਹੀਦੀਆਂ ਇਸ ਤੋਂ ਬਚਣ ਦੇ ਲਈ? ਦੇਖੋ, ਇਹ ਜਿਹੜਾ ਵਾਇਰਲ ਹੈ ਇਹ ਬੜੀ ਫਾਸਟ ਸਪਰੈਡ ਹੁੰਦਾ ਹੈ। ਇੱਕ ਸਿੰਪਲ ਜਿਹੜੇ ਮਾਸਕ ਆ ਉਹਨਾਂ ਦਾ ਤੇ ਇਹਦੇ ਨਾਲ ਬਹੁਤ ਜ਼ਿਆਦਾ ਬਚਾਅ ਨਹੀਂ ਹੁੰਦਾ। ਸਭ ਤੋਂ ਅੱਛੀਆਂ ਜਿਹੜੀਆਂ ਪ੍ਰੀਕਾਸ਼ਨਸ ਇਹੀ ਹੈ ਕਿ ਇੱਕ ਤਾਂ ਕੁਝ ਵੈਕਸੀਨਸ ਅੱਜ ਕੱਲ੍ਹ ਅਵੇਲੇਬਲ ਨੇ ਜਿਹੜੇ ਇਹਨੂੰ ਕਿ ਦੀਆਂ ਸਾਰੀਆਂ ਸਟ੍ਰੇਨਸ ਨੂੰ ਨਹੀਂ ਪ੍ਰੋਟੈਕਸ਼ਨ ਦਿੰਦੇ, ਬਟ ਕੁਝ ਸਟ੍ਰੇਨਸ ਆ ਜਿਨ੍ਹਾਂ ਲਈ ਉਹਨਾਂ ਨੇ WHO ਵੱਲੋਂ ਇਹ ਲਾਸਟ ਈਅਰ ਵੀ, ਕਿਉਂਕਿ ਫਲੂ ਦਾ ਬਹੁਤ ਐਪੀਡੈਮਿਕ ਚੱਲਿਆ ਸੀ, ਤੇ ਇੱਕ ਵੈਕਸੀਨ ਰਿਲੀਜ਼ ਕੀਤਾ ਸੀ ਜਿਹੜਾ ਥੋੜਾ ਪ੍ਰੋਟੈਕਸ਼ਨ ਦਿੰਦਾ ਹੈ, ਨਾ ਕਿ 100% ਨਹੀਂ। ਇੱਕ ਤਾਂ ਉਹ ਸਾਰੇ ਲੋਕ ਵੈਕਸੀਨੇਟ ਹੋਣੇ ਚਾਹੀਦੇ ਨੇ। ਹਰ ਸਾਲ ਉਹ ਵੈਕਸੀਨੇਸ਼ਨ ਐਨੂਅਲ ਵੈਕਸੀਨ ਹੁੰਦੀ ਹੈ, ਹਰ ਸਾਲ ਵੈਕਸੀਨੇਸ਼ਨ ਕਰਾਉਣੀ ਪੈਂਦੀ ਹੈ। ਉਹ ਐਨੂਅਲ ਵੈਕਸੀਨੇਸ਼ਨ ਹੈ, ਔਰ ਉਹ ਲਗਵਾਉਣਾ ਉਦੋਂ ਚਾਹੀਦਾ ਹੈ ਕਿ ਜਦੋਂ ਤੁਸੀਂ ਇਹ ਆਪਣੀ ਵਿੰਟਰ ਸਟਾਰਟ ਹੋਣ ਤੋਂ ਪਹਿਲਾਂ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਇਹਦਾ ਐਪੀਡੈਮਿਕ ਇਸ ਸੀਜ਼ਨ 'ਚ ਆਉਂਦਾ ਹੈ ਫਲੂ ਦਾ ਜਿੰਨਾ ਵੀ ਹੈ। ਔਰ ਦੂਸਰੀ ਗੱਲ ਹੈ ਕਿ ਸਭ ਤੋਂ ਬੈਸਟ ਇਹ ਹੈ ਕਿ ਹਰ ਪਰਸਨ ਨੂੰ ਚਾਹੀਦਾ ਹੈ ਕਿ ਆਪਣਾ ਇਮਿਊਨ ਸਿਸਟਮ ਇੰਨਾ ਵਧੀਆ ਰੱਖੋ ਕਿ ਆਪਣਾ ਬਾਡੀ ਦਾ ਇਮਿਊਨ ਸਿਸਟਮ ਅੱਛਾ ਹੋਏਗਾ ਤੇ ਵਾਇਰਲ ਇਨਫੈਕਸ਼ਨਸ ਹੋਣੀਆਂ ਘੱਟ ਹੋਣਗੀਆਂ। ਇਹ ਇਮਿਊਨ ਸਿਸਟਮ ਤੋਂ ਤੁਹਾਡਾ ਕੀ ਭਾਵ ਹੈ? ਕਿਸ ਤਰ੍ਹਾਂ ਇਹਨੂੰ ਸਟਰੋਂਗ ਕੀਤਾ ਜਾ ਸਕਦਾ ਹੈ? ਇਸ ਇਮਿਊਨ ਸਿਸਟਮ ਸਟਰੋਂਗ ਕਰਨ ਲਈ ਸਾਨੂੰ ਇੱਕ ਹੈਲਦੀ ਨਿਊਟ੍ਰੀਸ਼ਨਲ ਡਾਈਟ ਲੈਣੀ ਚਾਹੀਦੀ ਹੈ, ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ, ਬੈਲੈਂਸ ਡਾਈਟ ਜਿਹੜੀ ਉਹ ਲੈਣੀ ਚਾਹੀਦੀ ਹੈ। ਜੇ ਆਪਣਾ ਇਮਿਊਨ ਸਿਸਟਮ ਬੈਟਰ ਹੋਏਗਾ ਤੇ ਇਹ ਜਿਹੜੀਆਂ ਇਨਫੈਕਸ਼ਨਸ ਆ, ਇਹ ਵਾਇਰਲ ਆਪਰਚੁਨਿਸਟਿਕ ਇਨਫੈਕਸ਼ਨਸ ਹੋਣੀਆਂ ਘੱਟ ਹੋਣਗੀਆਂ। ਕੀ ਸਿੰਪਟਮਸ ਹੁੰਦੇ ਆ ਇੱਕ ਪੇਸ਼ੈਂਟ ਨੂੰ, ਕਿਸ ਤਰ੍ਹਾਂ ਆਇਡੈਂਟੀਫਾਈ ਕੀਤਾ ਜਾ ਸਕਦਾ, ਕਿਸ ਤਰ੍ਹਾਂ ਸਾਨੂੰ ਸ਼ੱਕ ਪਵੇ ਕਿ ਇਸ ਪੇਸ਼ੈਂਟ ਨੂੰ ਸਵਾਈਨ ਫਲੂ ਹੋ ਸਕਦਾ ਹੈ? ਸਵਾਈਨ ਫਲੂ ਲਈ ਸਾਨੂੰ ਸਸਪੀਸ਼ਨ ਉਦੋਂ ਆਉਂਦੀ ਹੈ ਜਦੋਂ ਕਿ ਕੋਈ ਵੀ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ, ਪੇਸ਼ੈਂਟ ਨੂੰ ਖਾਂਸੀ ਹੋਵੇ, ਜ਼ੁਕਾਮ ਹੋਵੇ, ਪੇਸ਼ੈਂਟ ਦਾ ਇੱਕਦਮ ਬਹੁਤ ਜ਼ਿਆਦਾ ਵੱਧ ਜਾਣੀ, ਕੰਡੀਸ਼ਨ ਖਰਾਬ ਹੋ ਜਾਣੀ, ਬੁਖਾਰ ਹੋ ਜਾਣਾ, ਔਰ ਇਹ ਬਹੁਤ ਹੀ ਸ਼ਾਰਟ ਹਿਸਟਰੀ ਨਾਲ ਪੇਸ਼ੈਂਟ ਆਉਂਦਾ ਹੈ। 2-3 ਦਿਨ ਦੇ ਵਿੱਚ ਪੇਸ਼ੈਂਟ ਦਾ ਕੰਡੀਸ਼ਨ ਬਹੁਤ ਖਰਾਬ ਹੋ ਜਾਂਦਾ ਹੈ, ਪੇਸ਼ੈਂਟ ਨੂੰ ਆਕਸੀਜਨ ਦੀ ਲੋੜ ਪੈ ਜਾਂਦੀ ਹੈ। ਆਮ ਕੋਈ ਵਾਇਰਲ ਹੁੰਦਾ ਹੈ ਤੇ ਉਹਦੇ 'ਚ ਸਿੰਪਟਮ ਆਉਂਦੇ 5-7 ਦਿਨ ਲੱਗ ਜਾਂਦੇ ਨੇ, ਉਸ ਤੋਂ ਬਾਅਦ ਪੇਸ਼ੈਂਟ ਹੌਲੀ-ਹੌਲੀ ਰਿਕਵਰ ਹੋਣਾ ਸ਼ੁਰੂ ਹੋ ਜਾਂਦੇ ਨੇ। ਬਟ ਇਸ ਵਾਇਰਲ 'ਚ ਇਹ ਇੱਕਦਮ ਇਹਦਾ ਇੰਨਾ ਫਲਮੀਨੈਂਟ ਟਾਈਪ ਇਨਫੈਕਸ਼ਨ ਹੁੰਦਾ ਹੈ ਕਿ ਪੇਸ਼ੈਂਟ 2 ਦਿਨ ਦੇ ਵਿੱਚ ਉਹਨੂੰ ਆਕਸੀਜਨ ਦੀ ਲੋੜ ਪੈ ਜਾਂਦੀ ਹੈ, ਔਰ ਕਈ ਵਾਰ ਪੇਸ਼ੈਂਟ ਵੈਂਟੀਲੇਟਰ ਤੇ, ਆਮ ਤੌਰ ਤੇ ਪੇਸ਼ੈਂਟ ਵੈਂਟੀਲੇਟਰ ਤੇ ਚਲੇ ਜਾਂਦੇ ਨੇ, ਜਿਹਦੇ ਕਾਰਨ ਬਾਅਦ ਵਿੱਚ ARDS ਹੋ ਜਾਂਦਾ ਹੈ। ਲੇਟਰ ਔਨ ਪੇਸ਼ੈਂਟ ਮਲਟੀਪਲ ਆਰਗਨ ਡਿਸਫੰਕਸ਼ਨਸ ਜਿਹੜੀ ਹੈ ਚਲੇ ਜਾਂਦੇ, ਜਿਹਦੇ ਕਾਰਨ ਮੋਰਟੈਲਿਟੀ ਰੇਟ ਬਹੁਤ ਜ਼ਿਆਦਾ ਹੈ। ਇਨ ਪੇਸ਼ੈਂਟ 60-70% ਦਾ ਪੇਸ਼ੈਂਟ ਜਿਹੜੇ ਆ ਉਹ ਐਕਸਪਾਇਰ ਹੋਣ ਦੇ ਚਾਂਸਸ ਹੋ ਜਾਂਦੇ ਡੈਥ। ਤੇ ਕਿਸ ਤਰ੍ਹਾਂ ਇੱਕ ਇਸ ਤਰ੍ਹਾਂ ਪੇਸ਼ੈਂਟ ਨੂੰ ਇਹ ਤੇ ਦੱਸਿਆ ਵੀ ਤੁਹਾਨੂੰ ਸ਼ੱਕ ਕਿਸ ਤਰ੍ਹਾਂ ਪਵੇ, ਪਰ ਨੂੰ ਪ੍ਰੂਵ ਕਿਸ ਤਰ੍ਹਾਂ ਕਰੀਏ ਕਿ ਇਸ ਪੇਸ਼ੈਂਟ ਨੂੰ ਸਵਾਈਨ ਫਲੂ ਹੈ? ਸਵਾਈਨ ਫਲੂ ਵਾਲੇ ਪੇਸ਼ੈਂਟ ਲਈ ਦੇਖੋ, ਇੱਕ ਤਾਂ ਸਭ ਤੋਂ ਇੰਪੋਰਟੈਂਟ ਕਿ ਤੁਹਾਡਾ ਲਾਈਕ ਸਸਪੀਸ਼ਨ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ, ਕਲੀਨਿਕਲ ਸੈਂਸ ਇੰਪੋਰਟੈਂਟ ਹੈ ਕਿ ਤੁਸੀਂ ਕਦੋਂ ਸਸਪੈਕਟ ਕਰਨਾ ਹੈ ਕਿ ਪੇਸ਼ੈਂਟ ਨੂੰ ਸਵਾਈਨ ਫਲੂ ਹੈ। ਉਹ ਇੱਕ ਪੇਸ਼ੈਂਟ ਦਾ ਇੱਕ ਤਾਂ ਹਿਸਟਰੀ ਇੰਪੋਰਟੈਂਟ ਹੈ, ਸੈਕਿੰਡ ਪੇਸ਼ੈਂਟ ਨੂੰ ਉਹਦਾ ਰੇਡੀਓਲੋਜੀਕਲ ਜਿਹੜਾ ਨਾ ਐਕਸਰੇ ਤੋਂ ਵੀ ਸਾਨੂੰ ਇੱਕ ਆਈਡੀਆ ਹੋ ਜਾਂਦਾ ਹੈ ਕਿ ਇਹ ਵਾਇਰਲ ਨਿਮੋਨੀਆਜ਼ ਆ ਰਹੇ ਨੇ, ਇਹ ਉਸ
ਮਤਲਬ ਉਹਦੀ ਬਹੁਤ ਟਿਪੀਕਲ ਪ੍ਰੈਜੈਂਟੇਸ਼ਨ ਤਾਂ ਨਹੀਂ ਹੁੰਦੀ, ਪਰ ਡੈਫੀਨੇਟਲੀ ਉਹਦੀ ਆਮ ਨਿਮੋਨੀਆਜ਼ ਨਾਲੋਂ ਅਲੱਗ ਹੁੰਦੀ ਹੈ ਪ੍ਰੈਜੈਂਟੇਸ਼ਨ। ਸੋ ਕਲੀਨਿਕਲ ਸਸਪੀਸ਼ਨ ਬੜੀ ਇੰਪੋਰਟੈਂਟ ਹੈ। ਸੈਕਿੰਡ ਉਹਦਾ ਰੇਡੀਓਲੋਜੀਕਲ, ਫਿਰ ਪੇਸ਼ੈਂਟ ਦਾ ਸਰੋਲੋਜੀ ਕਰਵਾਈ ਜਾਂਦੀ ਹੈ, ਉਹਦਾ ਸਵੈਬ ਲੈ ਜਾਂਦੇ ਨੇ, ਨੋਜ਼ ਜਾਂ ਥਰੋਟ ਤੋਂ ਸਵੈਬ ਲੈ ਕੇ ਉਹਨੂੰ ਫਰਦਰ ਸਰੋਲੋਜੀਕਲ ਉਹਦੇ ਲਈ ਭੇਜਿਆ ਜਾਂਦਾ ਹੈ। ਮੀਨ ਟਾਈਮ ਜੇ ਤੁਹਾਡਾ ਸਸਪੀਸ਼ਨ ਬਹੁਤ ਜ਼ਿਆਦਾ ਹੋਵੇ ਤੇ ਅਸੀਂ ਉਹਦਾ ਪ੍ਰੋਫਾਈਲੈਕਟਿਕਲੀ ਮਤਲਬ ਉਹਦੀਆਂ ਐਂਟੀਵਾਇਰਲ ਟ੍ਰੀਟਮੈਂਟ ਸਟਾਰਟ ਕਰ ਦਿੰਦੇ ਹਾਂ। ਤੇ ਕੋਈ ਬਲੱਡ ਟੈਸਟ ਵੀ ਕਰਦੇ ਹੋ ਤੁਸੀਂ ਇਹਦੇ ਲਈ? ਇਹ ਬੇਸਿਕਲੀ ਇਹਦਾ ਇੰਪੋਰਟੈਂਟ ਤੇ ਸਵੈਬ ਜਿਹੜੇ ਉਹ ਕਲਚਰਸ ਉਹੀ ਇੰਪੋਰਟੈਂਟ ਹੁੰਦੇ ਨੇ, ਉਹਨਾਂ ਤੋਂ ਆਈਡੈਂਟੀਫਿਕੇਸ਼ਨ ਹੁੰਦਾ ਹੈ। ਤੇ ਦਵਾਈਆਂ ਹੈਗੀਆਂ ਇਸ ਬਿਮਾਰੀ ਦੀਆਂ ਕੋਈ ਕਿ ਨਹੀਂ ਹੈ ਸਾਡੇ ਕੋਲ? ਦੇਖੋ ਦਵਾਈਆਂ ਅਸਰ ਕਰਦੀਆਂ ਨੇ ਜੇ ਟਾਈਮਲੀ ਪੇਸ਼ੈਂਟ ਜਿਹੜਾ ਡਿਟੈਕਟ ਹੋ ਜਾਏ ਤਾਂ ਟਾਈਮਲੀ ਉਹਨੂੰ ਸਟਾਰਟ ਕਰ ਦਿਓ। ਜੇ ਪੇਸ਼ੈਂਟ ਇੱਕ ਵਾਰ ਵੈਂਟੀਲੇਟਰ ਤੇ ਚਲਾ ਜਾਂਦਾ ਹੈ, ਆਰਗਨ ਡਿਸਫੰਕਸ਼ਨ ਚ ਆ ਜਾਂਦਾ ਹੈ, ਤਾਂ ਫਿਰ ਪੇਸ਼ੈਂਟ ਦੀਆਂ ਹੋਰ ਕੰਪਲਿਕੇਸ਼ਨ ਵੈਂਟੀਲੇਟਰ ਐਸੋਸੀਏਟਡ ਹੋਰ ਪੇਸ਼ੈਂਟਸ ਦੀ ਮੋਰਟੈਲਿਟੀ ਦੇ ਹੋਰ ਕਾਰਨ ਬਹੁਤ ਹੋ ਜਾਂਦੇ ਨੇ। ਸੋ ਇਹ ਇੰਪੋਰਟੈਂਟ ਹੁੰਦਾ ਹੈ ਕਿ ਪੇਸ਼ੈਂਟ ਕਦੋਂ ਡਿਟੈਕਟ ਹੋਇਆ, ਪੇਸ਼ੈਂਟ ਦਾ ਆਪਣਾ ਪਹਿਲਾ ਪੇਸ਼ੈਂਟ ਕਿੰਨਾ ਹੈਲਦੀ ਸੀ, ਉਹਦਾ ਆਪਣਾ ਬੋਡੀ ਰਿਸਪੌਂਸ ਕੀ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਇਹਦੇ ਟ੍ਰੀਟਮੈਂਟ ਔਰ ਇਹਦੇ ਫਰਦਰ ਪ੍ਰੋਗਨੋਸਿਸ ਲਈ। ਮੈਂ ਦੇਖਿਆ ਅਸੀਂ ਸਾਡੇ ਹਸਪੀਟਲ ਦੇ ਵਿੱਚ ਵੀ ਤੁਸੀਂ ਟ੍ਰੀਟ ਕੀਤੇ ਪੇਸ਼ੈਂਟਸ, ਆਮ ਤੌਰ ਤੇ ਪੈਨਿਕ ਰਿਐਕਸ਼ਨ ਬੜਾ ਹੈ ਵੀ ਸਵਾਈਨ ਫਲੂ ਦਾ ਪੇਸ਼ੈਂਟ ਹੈ। ਈਵਨ ਸਾਡੇ ਸਟਾਫ ਮੈਂਬਰਸ ਵੀ ਕਹਿੰਦੇ ਆ ਜੀ ਅਸੀਂ ਨਹੀਂ ਪੇਸ਼ੈਂਟ ਨੂੰ ਦੇਖਣਾ ਜੀ। ਇਹ ਕੀ ਵਾਕਈ ਇੰਨਾ ਸਕੇਰੀ ਹੈ ਜਾਂ ਓਵਰ ਰਿਐਕਸ਼ਨ ਹੈ? ਇਹ ਓਵਰ ਰਿਐਕਸ਼ਨ ਹੈ ਬਿਕੋਜ਼ ਦੇਖੋ ਸਵਾਈਨ ਫਲੂ ਵੀ ਇੱਕ ਤਰ੍ਹਾਂ ਦਾ ਵਾਇਰਲ ਹੈ ਤੇ ਇਹ ਵੀ ਟ੍ਰੀਟੇਬਲ ਹੋਣਾ ਚਾਹੀਦਾ ਹੈ। ਇਹ ਅੱਜਕੱਲ ਹਰ ਪਰਸਨ ਨੂੰ ਲੱਗਦਾ ਹੈ ਕਿ ਕੋਈ ਵੀ ਹੈ ਤੇ ਮਤਲਬ ਕਿ ਸਵਾਈਨ ਫਲੂ ਪਤਾ ਨਹੀਂ ਕੀ ਹੈ ਕਿ ਇਹਦਾ 100% ਹੀ ਹੈ ਕਿ ਪੇਸ਼ੈਂਟ ਬਚੇਗਾ ਹੀ ਨਹੀਂ। ਇਹ ਇੱਕ ਸਾਰਿਆਂ 'ਚ ਪੈਨਿਕ ਕ੍ਰੀਏਟ ਹੋਇਆ ਹੈ। ਬਟ ਜਿੱਥੋਂ ਤੱਕ ਸਟਾਫ ਜਾਂ ਕੋਈ ਵੀ ਕਿਸੇ ਪਰਸਨ ਦਾ ਹੈ ਕਿ ਜਿਹੜਾ ਵੀ ਕੰਟੈਕਟ 'ਚ ਆਉਂਦਾ ਹੈ, ਹਰ ਪੇਸ਼ੈਂਟ ਨੂੰ ਇਹਦਾ ਪ੍ਰੋਫਾਈਲੈਕਸਿਸ ਲੈਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਹ ਤਾਂ ਜਿਵੇਂ ਹੀ ਕੰਟੈਕਟ ਹੋਏਗਾ ਬਾਡੀ 'ਚ ਆਪਣਾ ਇਮਿਊਨ ਸਿਸਟਮ ਅੱਛਾ ਹੋਏਗਾ ਤਾਂ ਬਾਡੀ ਰਿਐਕਟ ਕਰੇਗੀ। ਜੇ ਤੁਸੀਂ ਬਹੁਤ ਜਿਹੜੇ ਕਲੋਜ਼ ਐਕਸਪੋਜ਼ਰ ਹੁੰਦਾ ਹੈ ਉਹਨਾਂ ਨੂੰ ਅਸੀਂ ਪ੍ਰੋਫਾਈਲੈਕਸਿਸ ਐਡਵਾਈਸ ਕਰਦੇ ਹਾਂ, ਬਟ ਨਾਟ ਟੂ एवरीवन। ਬਾਕੀ ਇਹ ਪੈਨਿਕ ਜ਼ਿਆਦਾ ਕ੍ਰੀਏਟ ਹੋਇਆ ਹੈ, ਅਦਰਵਾਈਜ਼ ਇਹ ਵਾਇਰਲ ਟ੍ਰੀਟੇਬਲ ਵੀ ਹੈ। ਉਹੀ ਜੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਪੇਸ਼ੈਂਟ ਕਦੋਂ ਪ੍ਰੈਜ਼ੈਂਟ ਕੀਤਾ, ਪੇਸ਼ੈਂਟ ਕਿਸ ਕੰਡੀਸ਼ਨ 'ਚ ਆਇਆ, ਉਹਦੇ ਅਕੋਰਡਿੰਗ ਪੇਸ਼ੈਂਟ ਦਾ ਜਿਹੜਾ ਮੋਰਟੈਲਿਟੀ ਜਿਹੜਾ ਉਹ ਡਿਸਾਈਡ ਹੋ ਜਾਂਦਾ। ਜਿਵੇਂ ਨੌਲੇਜ ਜਨਰਲ ਨੌਲੇਜ ਇਹੋ ਹੀ ਹੈ ਕਿ ਵੀ ਇਹ ਡ੍ਰੌਪਲੇਟ ਇਨਫੈਕਸ਼ਨ ਹੁੰਦੀ ਹੈ ਜਦੋਂ ਪੇਸ਼ੈਂਟ ਸਨੀਜ਼ ਕਰਦਾ ਹੈ, ਖਾਂਸੀ ਕਰਦਾ ਹੈ, ਤਾਂ ਇਹਦਾ ਕੋਈ ਡਿਸਟੈਂਸ ਵੀ ਹੈ? ਮਤਲਬ ਇੰਨੇ ਕਿਸੇ ਡਿਸਟੈਂਸ ਤੱਕ ਮਾਰ ਕਰ ਸਕਦਾ? ਜਿਵੇਂ ਸਪੋਜ਼ਿੰਗ ਇੱਥੇ ਪੇਸ਼ੈਂਟ ਖੜਾ ਹੈ, ਕਿੰਨੇ ਡਿਸਟੈਂਸ ਤੱਕ ਉਹ ਮਾਰ ਕਰ ਸਕਦਾ ਹੈ ਇਹ ਵਾਇਰਸ? ਦੇਖੋ ਇਹ ਡਿਪੈਂਡ ਕਰਦਾ ਕਿ ਜੇ ਪੇਸ਼ੈਂਟ ਨੂੰ ਸਨੀਜ਼ਿੰਗ ਜ਼ਿਆਦਾ ਹੋ ਰਹੀ ਹੈ, ਨੈਚੁਰਲੀ ਸਨੀਜ਼ਿੰਗ ਨਾਲ ਵੈਲੋਸਿਟੀ ਜ਼ਿਆਦਾ ਹੁੰਦੀ ਹੈ, ਉਹਦੇ ਨਾਲ ਐਕਸਪੋਜ਼ਰ ਜ਼ਿਆਦਾ ਹੁੰਦਾ। ਜੇ ਪੇਸ਼ੈਂਟ ਕਫ ਜ਼ਿਆਦਾ ਕਰ ਰਿਹਾ ਹੈ, ਉਹ ਸਨੀਜ਼ਿੰਗ ਨਾਲ ਉਸ ਤੋਂ ਜ਼ਿਆਦਾ ਹੋਏਗੀ, ਕਫ ਨਾਲ ਵੀ ਹੋਏਗੀ। ਸੋ ਇਹ ਡ੍ਰੌਪਲੇਟ ਉਨਾ ਹੀ ਐਕਸਪੋਜ਼ਰ ਜਿਹੜਾ ਏਅਰਬੋਰਨ ਡਿਜ਼ੀਜ਼ ਹੈ ਉਹ ਜ਼ਿਆਦਾ ਹੋ ਜਾਂਦਾ ਹੈ। ਨਾਰਮਲੀ 6 ਫੀਟ ਤੱਕ ਥੋੜਾ ਜ਼ਿਆਦਾ ਆਪਾਂ ਪੇਸ਼ੈਂਟ ਨੂੰ ਐਗਜ਼ਾਮਿਨ ਖੜੇ ਆ, 6 ਫੀਟ ਤੱਕ ਐਕਸਪੋਜ਼ਰ ਜ਼ਿਆਦਾ ਹੁੰਦਾ ਹੈ। ਬਟ ਇਹ ਹੈ ਤਾਂ ਏਅਰਬੋਰਨ ਹੈ ਨਾ, ਜੋ ਤੁਸੀਂ ਕੰਟੈਕਟ 'ਚ ਆਪਾਂ ਆਉਂਦੇ ਆ ਤੇ ਇਹ ਡ੍ਰੌਪਲੇਟ ਸਾਰੇ ਉਹਦੇ ਸਪਰੈਡ ਹੁੰਦੇ ਨੇ ਤੇ ਐਕਸਪੋਜ਼ਰ ਤਾਂ ਹੁੰਦਾ ਹੀ ਹੈ ਉਦੋਂ। ਬਟ ਜਿੰਨਾ ਜ਼ਿਆਦਾ ਕਲੋਜ਼ ਕੰਟੈਕਟ ਹੋਏਗਾ ਉਹਨਾਂ ਤੁਹਾਨੂੰ ਜ਼ਿਆਦਾ ਉਹਦੇ ਚਾਂਸਸ ਹੋਣਗੇ ਸਪਰੈਡ ਹੋਣ ਦੇ। ਪਰ ਆਮ ਤੌਰ ਤੇ ਸਾਨੂੰ ਜਿਵੇਂ ਡਾਕਟਰ ਵੀ ਮੈਂ ਬੜੇ ਦੇਖਦਾ ਹਾਂ ਕਿ ਓਪੀਡੀ ਦੇ ਵਿੱਚ ਅਸੀਂ ਪੇਸ਼ੈਂਟ ਦੇਖਦੇ ਹਾਂ ਤੇ ਨੋਰਮਲੀ ਸਾਨੂੰ ਪੜਾਇਆ ਤੇ ਗਿਆ ਕਿ ਜਦੋਂ ਤੁਸੀਂ ਓਪੀਡੀ 'ਚ ਦੇਖਣਾ ਤੇ ਮਾਸਕ ਪਾ ਕੇ ਦੇਖੋ, ਤੇ ਅਸੀਂ ਡਾਕਟਰ ਵੀ ਕਈ ਵਾਰੀ ਮਾਸਕ ਨਹੀਂ ਪਾਉਂਦੇ। ਇਹ ਜ਼ਰੂਰੀ ਹੈ ਜਾਂ ਨਹੀਂ? ਇਹ ਪ੍ਰੀਕਾਸ਼ਨਸ ਤਾਂ ਵੈਸੇ ਲੈਣੀਆਂ ਚਾਹੀਦੀਆਂ ਕਿਉਂਕਿ ਆਪਣੇ ਕੋਲ ਬਹੁਤ ਪੇਸ਼ੈਂਟਸ ਆਉਂਦੇ ਨੇ ਕਿ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਉਸ ਵੇਲੇ ਕਿ ਪੇਸ਼ੈਂਟ ਨੂੰ ਸਿੰਪਲ ਵਾਇਰਲ ਹੈ ਕਿ ਜਾਂ ਇਸ ਤਰ੍ਹਾਂ ਦਾ ਕੋਈ ਫਲਮੀਨੈਂਟ ਟਾਈਪ ਵਾਇਰਲ ਹੋ ਰਿਹਾ। ਸੋ ਪ੍ਰੀਕਾਸ਼ਨਸ ਤਾਂ ਲੈਣੀਆਂ ਚਾਹੀਦੀਆਂ ਨੇ, ਬਟ ਇਹ ਪ੍ਰੀਕਾਸ਼ਨਸ ਹਰ ਪੇਸ਼ੈਂਟ ਲਈ ਅਸੀਂ ਅਗਰ ਮਾਸਕ ਪਾ ਕੇ ਪੇਸ਼ੈਂਟ ਨੂੰ ਜਾਂ ਪੇਸ਼ੈਂਟ ਦੇ ਕਲੋਜ਼ ਜਾ ਕੇ ਐਗਜ਼ਾਮਿਨ ਨਹੀਂ ਕਰਦੇ ਤੇ ਉਹਦੇ ਨਾਲ ਵੀ ਪੇਸ਼ੈਂਟ ਦੀ ਸਾਈਕੋਲੋਜੀ ਥੋੜਾ ਇਫੈਕਟ ਹੁੰਦੀ ਹੈ ਕਿ ਮੈਨੂੰ ਡਾਕਟਰ ਨੇ ਪ੍ਰੋਪਰ ਦੇਖਿਆ ਨਹੀਂ ਹੈ। ਬਟ ਡੈਫੀਨੇਟਲੀ ਜਿਹੜਾ ਪੇਸ਼ੈਂਟ ਸਨੀਜ਼ ਕਰਦਾ ਹੈ, ਕਫ ਕਰਦਾ ਹੈ, ਤੇ ਉਹਨੂੰ ਜ਼ਰੂਰ ਪੇਸ਼ੈਂਟ ਦੇ ਮੂੰਹ ਤੇ ਮਾਸਕ ਪਾਓ ਤਾਂ ਕਿ ਉਹਦਾ ਡ੍ਰੌਪਲੇਟ ਜਿਹੜਾ ਸਪਰੈਡ ਆ ਉਹ ਘੱਟ ਹੋਵੇ। ਇਹ ਜਿਹੜਾ ਆਮ ਮਾਸਕ ਪਾਉਂਦੇ ਆ ਇਹ ਕਾਫੀ ਹੈ ਜਾਂ ਕੋਈ ਸਾਨੂੰ ਸਪੈਸ਼ਲ ਕਿਸਮ ਦਾ ਕੋਈ ਮਾਸਕ ਹੈ? ਹਾਂਜੀ, ਇਹ ਸਵਾਈਨ ਫਲੂ ਲਈ ਇਹ ਮਾਸਕ ਜਿਹੜਾ ਪ੍ਰੋਟੈਕਟ ਨਹੀਂ ਕਰਦਾ। ਇਹਦੇ ਲਈ KN95 ਇੱਕ ਸੈਪਰੇਟ ਆਂਦਾ ਮਾਸਕ ਜਿਹੜਾ ਥਿਕ ਹੁੰਦਾ, ਉਹ ਅੱਛਾ ਪ੍ਰੋਟੈਕਸ਼ਨ ਦਿੰਦਾ, ਉਹ ਇਹਦੇ ਲਈ ਯੂਜ਼ ਹੁੰਦਾ। ਸਿੰਪਲ ਮਾਸਕ ਨਾਲ ਇਹਦਾ ਪ੍ਰੋਟੈਕਸ਼ਨ ਨਹੀਂ ਹੁੰਦਾ। ਤੇ ਜਿਵੇਂ ਇੱਕ ਪੇਸ਼ੈਂਟ ਹੈ ਉਹਦੇ ਆਮ ਤੌਰ ਤੇ ਦੇਖਿਆ ਸੀ ਪੇਸ਼ੈਂਟ ਇੱਥੋਂ ਗਿਆ ਸੀ ਸਾਡੇ ਉਹਦੇ ਵਿਲੇਜ ਦੇ ਵਿੱਚ ਵੀ ਬੜਾ ਜ਼ਿਆਦਾ ਪੈਨਿਕ ਰਿਐਕਸ਼ਨ ਹੋ ਗਿਆ ਐਂਡ ਉਹਨਾਂ ਨੇ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਸਾਰੀਆਂ। ਇਹ ਖਾਣੀਆਂ ਚਾਹੀਦੀਆਂ ਉਹਨਾਂ ਨੂੰ? ਨਹੀਂ ਜੀ, ਇਹ ਤਾਂ ਬਿਲਕੁਲ ਹੀ ਗਲਤ ਤਰੀਕਾ ਹੈ
ਕਿਉਂਕਿ ਇਸ ਤਰ੍ਹਾਂ ਆਪਾਂ ਨੂੰ ਕਿੰਨੀ ਵਾਰ ਐਕਸਪੋਜ਼ਰ ਹੋਏਗਾ, ਅਸੀਂ ਹਰ ਵਾਰ ਮੈਡੀਸਨ ਨਹੀਂ ਖਾ ਸਕਦੇ, ਉਹ ਉਲਟਾ ਅਸੀਂ ਆਪਣਾ ਹੀ ਬਾਡੀ ਦਾ ਇਮਿਊਨ ਸਿਸਟਮ ਖਰਾਬ ਕਰ ਰਹੇ ਹਾਂ। ਮਤਲਬ ਇਹਦੇ ਸਾਈਡ ਇਫੈਕਟ ਵੀ ਨੇ ਦਵਾਈ ਦੇ ਕੋਈ? ਹਾਂਜੀ ਬਿਲਕੁਲ ਸਾਈਡ ਇਫੈਕਟ ਨੇ। ਤੁਹਾਡਾ ਲਿਵਰ ਨੂੰ ਵੀ ਅਪਸੈਟ ਕਰਦੀ ਹੈ, ਤੁਹਾਡੇ ਸਟਮਕ ਨੂੰ ਵੀ ਅਪਸੈਟ ਕਰਦੀ ਹੈ। ਇਸ ਕਰਕੇ ਮੈਡੀਸਨ ਜਦੋਂ ਇੰਡੀਕੇਟਡ ਹੋਏ, ਕੋਈ ਡਾਕਟਰ ਤੁਹਾਨੂੰ ਪ੍ਰਿਸਕ੍ਰਾਈਬ ਕਰਦਾ ਹੈ ਤਾਂ ਲਓ, ਅਦਰਵਾਈਜ਼ ਕਿਸੇ ਨੂੰ ਵੀ ਇਸ ਸ਼ੱਕ ਤੇ ਕਿ ਹਾਂ ਇਸ ਪੇਸ਼ੈਂਟ ਨੂੰ ਸਵਾਈਨ ਫਲੂ ਹੈ, ਮੈਂ ਇਹਨੂੰ ਇਹਦੇ ਕੋਲ ਗਿਆ ਸੀ, ਜਾਂ ਲੈਣ ਦੀ ਲੋੜ ਨਹੀਂ ਹੁੰਦੀ। ਵੈਸੇ ਮੇਰੇ ਖਿਆਲ ਇਹ ਦਵਾਈ ਮਾਰਕੀਟ 'ਚ ਤੇ ਅਵੇਲੇਬਲ ਨਹੀਂ ਹੈ ਇਹਦੀ? ਇਹ ਮਾਰਕੀਟ 'ਚ ਅਵੇਲੇਬਲ ਨਹੀਂ ਹੈ, ਬਸ ਇਹ ਸਿਵਲ ਸਰਜਨ ਆਫਿਸ ਵੱਲੋਂ ਹੀ ਸਪਲਾਈ ਹੁੰਦੀ ਹੈ। ਬਟ ਇਹ ਕਿ ਇੱਕ ਪੇਸ਼ੈਂਟ ਦੇ ਨਾਲ ਜਦੋਂ ਉਹ ਦਿੰਦੇ ਤਾਂ ਉਸ ਲਈ ਹੈ ਕਿ ਕੋਈ ਬਹੁਤ ਕਲੋਜ਼ ਕੰਟੈਕਟਸ ਨੂੰ ਦੇਈਦੀ ਹੈ, ਬਟ ਇਹ ਇੱਕ ਪੈਨਿਕ ਕ੍ਰੀਏਟ ਹੋਇਆ ਹੁੰਦਾ ਹੈ ਕਿ ਹਰ ਪਰਸਨ ਨੂੰ ਲੱਗਦਾ ਕਿ ਮੈਂ ਪੇਸ਼ੈਂਟ ਨੂੰ ਦੇਖਿਆ ਸੀ ਤੇ ਮੈਂ ਲੈਣੀ ਮੈਡੀਸਨ। ਸੋ ਇਹ ਜਨਰਲ ਸਵਾਈਨ ਫਲੂ ਬਾਰੇ ਇਨਫੋਰਮੇਸ਼ਨ ਡਾਕਟਰ ਰਮਿੰਦਰ ਨੇ ਸਾਨੂੰ ਦਿੱਤੀ ਹੈ। ਬੜੀ ਸਿੰਪਲ ਜੀ ਗੱਲ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਵੀ ਇਹਦੇ ਲਈ ਪੈਨਿਕ ਰਿਐਕਸ਼ਨ ਕਰਨ ਦੀ ਕੋਈ ਲੋੜ ਨਹੀਂ। ਕੋਈ ਵੀ ਮਰੀਜ਼ ਜਿਹਨੂੰ ਕਿ ਇੱਕ ਜ਼ੁਕਾਮ, ਖਾਂਸੀ ਜਾਂ ਫੀਵਰ ਹੈਗਾ ਤੇ ਪਹਿਲਾਂ ਤਾਂ ਖੁਦ ਪ੍ਰੀਕਾਸ਼ਨ ਲਵੇ, ਇੱਕ ਮਾਸਕ ਬੰਨੋ ਤਾਂ ਜੋ ਤੁਸੀਂ ਇੱਕ ਸੋਰਸ ਆਫ ਇਨਫੈਕਸ਼ਨ ਨਾ ਬਣੋ, ਤੁਸੀਂ ਸਪਰੈਡ ਨਾ ਕਰੋ। ਜੇ ਤੁਸੀਂ ਖਾਂਸੀ ਕਰਨੀ ਹੈ ਤੇ ਮਾਸਕ ਬੰਨਿਆ ਹੋਵੇ ਤਾਂ ਜੋ ਦੂਸਰਿਆਂ ਨੂੰ ਇਨਫੈਕਸ਼ਨ ਨਾ ਹੋਵੇ। ਪਰ ਜਿਹੜੇ ਕੋਈ ਕੰਟੈਕਟ 'ਚ ਆ ਵੀ ਗਏ ਨੇ ਉਹਨਾਂ ਨੂੰ ਪੈਨਿਕ ਰਿਐਕਸ਼ਨ ਦੀ ਕੋਈ ਲੋੜ ਨਹੀਂ, ਡਾਕਟਰ ਨੂੰ ਜ਼ਰੂਰ ਕੰਸਲਟ ਕਰਨ। ਐਂਡ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਦੱਸੀ ਉਹਨਾਂ ਨੇ ਕਿ ਵੀ ਤੁਸੀਂ ਅਰਲੀ ਐਜ਼ ਪੋਸੀਬਲ ਇੱਕ ਸਪੈਸ਼ਲਿਸਟ ਡਾਕਟਰ ਨੂੰ, ਪਲਮਨੋਲੋਜਿਸਟ ਜਿਹਨੂੰ ਅਸੀਂ ਕਹਿੰਦੇ ਹਾਂ, ਜਿਵੇਂ ਡਾਕਟਰ ਰਮਿੰਦਰ ਨੇ, ਇਹਨਾਂ ਨੂੰ ਕੰਟੈਕਟ ਕਰੋ ਤਾਂ ਜੋ ਤੁਹਾਡਾ ਸਹੀ ਤਰੀਕੇ ਨਾਲ ਅਰਲੀ ਇਲਾਜ ਹੋ ਸਕੇ। ਇੰਟੂਬੇਸ਼ਨ ਜਿਵੇਂ ਉਹਨਾਂ ਨੇ ਦੱਸਿਆ ਕਿ ਪੇਸ਼ੈਂਟ ਨੂੰ ਵੈਂਟੀਲੇਟਰ ਤੇ ਪਾਉਣ ਦੀ ਲੋੜ ਪੈ ਜਾਂਦੀ ਹੈ, ਉਹਦੀ ਲੋੜ ਨਾ ਪਵੇ, ਅਰਲੀ ਟ੍ਰੀਟਮੈਂਟ ਹੋਵੇ ਤੇ ਇਹਦਾ ਅਸੀਂ ਅਰਲੀ ਇਲਾਜ ਕਰ ਸਕੀਏ। ਪਰ ਜਿਵੇਂ ਸ਼ੁਰੂ ਦੇ ਵਿੱਚ ਮੈਂ ਕਿਹਾ ਸੀਗਾ ਕਿ ਸਾਡਾ ਫੋਕਸ ਹਮੇਸ਼ਾ ਪ੍ਰੀਵੈਂਸ਼ਨ ਤੇ ਰਹੇਗਾ, ਟ੍ਰੀਟਮੈਂਟ ਤੇ ਅਸੀਂ ਇਹਦੇ ਤੇ ਜ਼ੋਰ ਨਹੀਂ ਦੇਣਾ। ਸੋ ਸਾਨੂੰ ਇਸ ਬਿਮਾਰੀ ਨੂੰ ਪ੍ਰੀਵੈਂਟ ਕਰਨ ਦੇ ਲਈ ਇਹੀ ਯਤਨ ਕਰਨਾ ਚਾਹੀਦਾ ਹੈ। ਐਂਡ ਸਾਨੂੰ ਐਪਰੋਪਰੀਏਟ ਪ੍ਰੀਕਾਸ਼ਨਸ ਪੇਸ਼ੈਂਟਸ ਨੂੰ ਵੀ ਤੇ ਜਿਹੜੇ ਉਹਦੇ ਕੰਟੈਕਟਸ ਨੇ ਉਹਨਾਂ ਨੂੰ ਵੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ। ਅਨਨੈਸੈਸਰੀ ਵੈਕਸੀਨੇਸ਼ਨ, ਅਨਨੈਸੈਸਰੀ ਮੈਡੀਕੇਸ਼ਨ ਇਸ ਤਰ੍ਹਾਂ ਨਾ ਯੂਜ਼ ਕਰੋ, ਇਹ ਦਵਾਈਆਂ ਦੀ ਰੈਜ਼ਿਸਟੈਂਸ ਡਿਵੈਲਪ ਹੋ ਜਾਏਗੀ ਤੇ ਜਿਹੜੇ ਬੰਦੇ ਜਿਹੜਾ ਫਾਇਦਾ ਹੁੰਦਾ ਹੈ ਉਹਨਾਂ ਨੂੰ ਇਹ ਫਾਇਦਾ ਵੀ ਨਹੀਂ ਹੋਏਗਾ। ਸੋ ਥੈਂਕ ਯੂ ਵੈਰੀ ਮਚ ਡਾਕਟਰ ਰਮਿੰਦਰ, ਤੁਸੀਂ ਸਾਡੇ ਕੋਲ ਸਟੂਡੀਓ 'ਚ ਆਏ ਐਂਡ ਬੜੇ ਥੋੜ੍ਹੇ ਟਾਈਮ ਦੇ ਲਈ ਤੁਸੀਂ ਤੁਹਾਨੂੰ ਬੜੀਆਂ ਚੰਗੀਆਂ ਗੱਲਾਂ ਦੱਸੀਆਂ। ਐਂਡ ਇਹ ਸਵਾਈਨ ਫਲੂ ਨਾਲ ਰਿਲੇਟਡ ਤੁਸੀਂ ਫਿਰ ਵੀ ਕੋਈ ਸਵਾਲ ਪੁੱਛਣਾ ਚਾਹੋਗੇ ਤੇ ਉਹ ਇਸ ਨੰਬਰ ਤੇ ਫਿਰ ਤੁਸੀਂ ਫੋਨ ਕਰੋ ਤੇ ਫਿਰ ਡਾਕਟਰ ਰਮਿੰਦਰ ਨੂੰ ਇਹ ਨੰਬਰ ਤੋਂ ਤੁਹਾਨੂੰ ਵਾਪਸ ਫੋਨ ਆਏਗਾ ਐਂਡ ਜੋ ਵੀ ਤੁਹਾਡਾ ਸਵਾਲ ਹੈ ਉਹਦਾ ਉਹ ਜਵਾਬ ਤੁਹਾਨੂੰ ਦੇਣਗੇ। ਸੋ ਦ ਨੰਬਰ ਇਜ਼ 9814006468। ਥੈਂਕ ਯੂ ਵੈਰੀ ਮਚ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਅਸੀਂ ਇੱਕ ਨਵੇਂ ਸਪੈਸ਼ਲਿਸਟ ਡਾਕਟਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਆਪਣਾ ਸਹਿਯੋਗ ਸਾਡੇ ਨਾਲ ਬਣਾਈ ਰੱਖੋ, ਆਪਣਾ ਫੀਡਬੈਕ ਸਾਨੂੰ ਦਿੰਦੇ ਰਹੋ ਤਾਂ ਜੋ ਅਸੀਂ ਤੁਹਾਡੀ ਮਰਜ਼ੀ ਦੇ ਡਾਕਟਰ, ਤੁਹਾਡੀ ਮਰਜ਼ੀ ਦੀ ਬਿਮਾਰੀ ਅਸੀਂ ਡਿਸਕਸ ਕਰੀਏ ਐਂਡ ਇਸ ਪ੍ਰੋਗਰਾਮ ਦਾ ਤੁਸੀਂ ਫਾਇਦਾ ਉਠਾ ਸਕੋ। ਥੈਂਕ ਯੂ ਵੈਰੀ ਮਚ। ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ।